ਇੱਕਦਮ ਚੀਖਣੇ ਦੀ ਆਵਾਜ਼ ਆਈ ਹੈ ਤੇ ਜਦੋਂ ਅਸੀਂ ਇਹਨਾਂ ਦੇ ਦਰਵਾਜ਼ੇ 'ਚ ਇੱਥੇ ਆਏ ਆ ਨਾ ਤੇ ਉਸ ਟਾਈਮ ਸਿਰਫ ਆਵਾਜ਼ ਇਸ ਤਰ੍ਹਾਂ ਆਈ ਹੈ, ਮੁਸਤਫਾ ਬਚਾਓ, ਆ ਕੇ ਬਹੂ ਨੇ ਅੱਗ ਲਗਾ ਲਈ, ਮੁਸਤਫਾ ਬਚਾਓ। ਕਿੰਨੇ ਅੱਗ ਲਗਾਈ ਸੀ, ਪੈਟਰੋਲ ਕਿੰਨੇ ਸੁੱਟਿਆ ਸੀ, ਕੋਈ ਪਤਾ ਚੱਲਿਆ ਅਸੀਂ ਤੁਹਾਨੂੰ? ਭਾਈ ਜਦੋਂ ਆਵਾਜ਼ ਸੁਣੀ ਹੈ ਨਾ ਤੇ ਸਨਾ ਨੂੰ ਇੰਜ ਲੇਟੀ ਹੋਈ ਸੀ ਨੀਚੇ ਨਾ, ਤੇ ਉਹਦੀ ਨੰਦ ਜਿਹੜੀ ਹੈ ਨਾ ਪਾਣੀ ਅੱਗ ਜਿੱਥੇ ਲੱਗੀ ਸੀ ਨਾ ਉਹ ਅੱਗ ਬੁਝਾ ਰਹੀ ਸੀ। ਤੇ ਜਦੋਂ ਮੈਨੂੰ ਪੁੱਛਿਆ ਨਾ ਕਿ ਕਿਸ ਤਰ੍ਹਾਂ ਅੱਗ ਲੱਗੀ, ਕੀ ਹੋਇਆ, ਤੇ ਕਹਿ ਰਹੀ ਮੈਂ ਖੁਦ ਅੱਗ ਲਗਾਈ ਹੈ। अस्सलाम वालेकुम नाज़रीन, मैं हूं एडी मलिक और फ़िरोज़वाला की 25 साला सना, जिसे मुबैना तौर पर उसके सास और नंद ने पेट्रोल छिड़कर आग लगा दी और फिर उसके बाद वो तकरीबन 6 रोज़ ज़िंदगी और मौत की कशमकश में हॉस्पिटल में ज़ेर इलाज रही, जहां वो जानबर ना हो सकी और अपने खाल के हकीकी से जा मिली। मैं इस वक्त उसके ससुराल के उस घर के बाहर मौजूद हूँ जहाँ इस वक्त ताला लगा हुआ है और इस घर के अंदर मुबैना तौर पर सना को आग लगाई या फिर सना ने खुद अपने ऊपर पेट्रोल फेंका और अपनी ज़िंदगी का ख़ात्मा किया। सना चूँकि उसके घर वालों के मौक़िफ़ आपने सुने थे कि उनकी बेटी 4 माह की हामला थी जब उस मकतूला का पोस्टमार्टम हुआ तो उसके पेट में से एक नौमौलूद बच्चा भी निकाला गया। तो ये एक नहीं बल्कि मुबैना तौर पर ये 2 हैं। हमने वो तमाम मौक़िफ़ आपके सामने रखे और हमारी ये ज़िम्मेदारी थी कि हम आपको पूरी ज़िम्मेदारी के साथ दूसरी तरफ का भी मौक़िफ़ लाने की कोशिश करते हैं, लेकिन बदकिस्मती से इस घर के जो तमाम अफराद हैं वो इस वक्त अपने घर को ताला लगा के कहीं दूसरी जगह पर ख़ुद को महफूज या फिर यहाँ से फ़रार हो चुके हैं और उनके जो इर्द गिर्द वाले जो मोहल्लेदार हैं वो बड़ी तादाद में इस वक्त मौजूद हैं। और उन्होंने जब हमारे मेन स्ट्रीम नेशनल टीवी चैनल पर ख़बरें सुनी कि एक बच्ची को जहेज़ का सामान कम लाने पर उसकी सास और नंद ने पेट्रोल छिड़कर उसे आग लगा दी और वो इस दुनिया से रुखसत हो गया। हम यहाँ की मोहल्ले की जो ख़वातीन हैं हम उनसे बात करते हैं, उनसे जानते हैं कि इसके पीछे असल में हकीकत क्या है। ये वो घर था मुबैना तौर पर जिसके बारे में हमें पता चला कि इस घर का एक नौजवान जब इस घर की ऊपर छत से नीचे आता है और दरवाज़ा खोलता है और फिर वो हालात देखता है कि एक लड़की का जो जिस्म है वो जला हुआ था, उसके जिस्म पर जो कपड़े थे वो जल चुके थे और वो मुकम्मल तौर पर जो है वो उसके जो जिस्म से कपड़े थे वो बरहना हो चुकी थी, जल चुके थे। तो ये वो खातून हमारे साथ मौजूद है, इस घर की हमसाई हैं और यकीनन जो हमसाए होते हैं उनको इर्द गिर्द के रहने वालों की ज़्यादा जो है वो बातों का पता होता है। की होया सी उस दिन जिस दिन सना दो मुबैना तौर ते अग लगाई या फिर सना ने खुद अपने आप ते ਜਿਹੜਾ ਪੈਟਰੋਲ ਸੁੱਟ ਕੇ ਅੱਗ ਲਗਾਈ ਸੀ? ਭਾਈ ਅਸੀਂ ਤੇ ਆਵਾਜ਼ ਚੀਖਣੇ ਦੀ ਸੁਣੀ ਹੈ ਤੇ ਅਸੀਂ ਫੌਰਨ, ਬਲਕਿ ਮੈਂ ਖੁਦ ਖਾਣਾ ਬਣਾ ਰਹੀ ਸੀ, ਮੇਰੇ ਤੇ ਖੁਦ ਹਾਂਡੀ ਸੜ ਗਈ ਉਸ ਦਿਨ ਚੀਖਣੇ ਦੀ ਆਵਾਜ਼ ਸੁਣ ਕੇ। ਮੈਂ ਚੀਖਾਂ ਕਿਸ ਕਿਸਮ ਦੀਆਂ ਆ ਰਹੀਆਂ ਸੀ? ਬਸ ਇੱਕਦਮ ਚੀਖਣੇ ਦੀ ਆਵਾਜ਼ ਆਈ ਹੈ ਤੇ ਜਦੋਂ ਅਸੀਂ ਇਹਨਾਂ ਦੇ ਦਰਵਾਜ਼ੇ 'ਚ ਇੱਥੇ ਆਏ ਆ ਨਾ ਤੇ ਉਸ ਟਾਈਮ ਸਿਰਫ ਆਵਾਜ਼ ਇਸ ਤਰ੍ਹਾਂ ਆਈ ਹੈ, ਮੁਸਤਫਾ ਬਚਾਓ, ਆ ਕੇ ਬਹੂ ਨੇ ਅੱਗ ਲਗਾ ਲਈ, ਮੁਸਤਫਾ ਬਚਾਓ। ਤੇ ਅੰਦਰੋਂ ਉਹਦੀ ਭੈਣ ਦੀ ਵੀ ਚੀਖਣੇ ਦੀ ਤੇ ਰੋਣੇ ਦੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਸੀ ਉਸ ਟਾਈਮ ਨਾ। ਤੇ ਜਦੋਂ ਉਹਨਾਂ ਨੇ ਮੈਂ ਦਰਵਾਜ਼ਾ ਨੋਕ ਕੀਤਾ, ਦਰਵਾਜ਼ਾ ਤੇ ਖੋਲੋ ਤੁਸੀਂ ਫੇਰ ਹੀ ਬਚਾਵਾਂਗੇ ਅਸੀਂ। ਤੇ ਇਹ ਬਾਜੀ ਨੇ ਇਹਨਾਂ ਦੇ ਬੇਟੇ ਦੋਨੋਂ ਇੱਥੇ ਖੜੇ ਸੀ ਤੇ ਮੈਂ ਫਿਰ ਦਰਵਾਜ਼ਾ ਕਿਉਂ ਬੰਦ ਕੀਤਾ ਸੀ? ਉਹਨਾਂ ਨੇ ਜਾਣਬੁੱਝ ਕੇ ਅੱਗ ਲਗਾਈ ਸੀ? ਨਹੀਂ ਭਾਈ, ਦਰਵਾਜ਼ਾ ਉਹਨਾਂ ਦਾ ਬੰਦ ਹੀ ਰਹਿੰਦਾ। ਉਹਨਾਂ ਦੀ ਵਾਲਦਾ ਨੂੰ ਅਸੀਂ ਪਹਿਲੇ ਵੀ ਤਕਰੀਬਨ ਸਾਲ 1.5 ਸਾਲ ਹੋ ਗਿਆ ਇੱਥੇ ਰਹਿ ਰਹੇ ਨੇ। ਅੱਛਾ। ਤੇ ਉਹਨਾਂ ਨੇ ਇਹੀ ਕਿਹਾ ਸੀ ਕਿ ਮੈਂ ਰਾਤ ਨੂੰ ਇਬਾਦਤ ਕਰਨੀ ਆ, ਹਾਫਜ਼ੇ ਕੁਰਾਨ ਹੀ ਗਏ ਨੇ ਤੇ ਉਹ ਜਿਹੜਾ ਨਾ ਫਿਰ ਕਹਿੰਦੀ ਮੈਂ ਸਵੇਰ ਦੇ ਟਾਈਮ ਸੋ ਜਾਂਦੀ ਆ ਤੇ ਤਕਰੀਬਨ 12-1 ਵਜੇ ਉੱਠਣੀ ਆ ਤੇ ਫਿਰ ਮੇਰਾ ਬਾਅਦ ਚ ਫਿਰ ਉਹੀ ਦਰਵਾਜ਼ਾ ਫਿਰ ਉਦੋਂ ਹੀ ਖੋਲਦੇ ਨੇ। ਕਿੰਨੇ ਅੱਗ ਲਗਾਈ ਸੀ, ਪੈਟਰੋਲ ਕਿੰਨੇ ਸੁੱਟਿਆ ਸੀ, ਕੋਈ ਪਤਾ ਚੱਲਿਆ ਤੁਹਾਨੂੰ? ਅਸੀਂ ਭਾਈ ਜਦੋਂ ਆਵਾਜ਼ ਸੁਣੀ ਹੈ ਨਾ ਤੇ ਸਨਾ ਨੂੰ ਇੰਜ ਲੇਟੀ ਹੋਈ ਸੀ ਨੀਚੇ ਨਾ, ਤੇ ਉਹਦੀ ਨੰਦ ਜਿਹੜੀ ਹੈ ਨਾ ਪਾਣੀ ਅੱਗ ਜਿੱਥੇ ਲੱਗੀ ਸੀ ਨਾ ਉਹ ਅੱਗ ਬੁਝਾ ਰਹੀ ਸੀ। ਤੇ ਜਦੋਂ ਮੈਨੂੰ ਪੁੱਛਿਆ ਨਾ ਕਿ ਕਿਸ ਤਰ੍ਹਾਂ ਅੱਗ ਲੱਗੀ, ਕੀ ਹੋਇਆ, ਤੇ ਕਹਿ ਰਹੀ ਮੈਂ ਖੁਦ ਅੱਗ ਲਗਾਈ ਹੈ। ਲੇਕਿਨ ਉਹ ਸਨਾ ਦੇ ਘਰ ਵਾਲੇ ਤੇ ਕਹਿੰਦੇ ਨੇ ਕਿ ਸਾਡੀ ਬੇਟੀ ਨੂੰ ਉਹਦੀ ਸੱਸ ਆਸਮਾ ਨੇ ਪੈਟਰੋਲ ਸੁੱਟਿਆ ਤੇ ਜਿਹੜੀ ਉਹਦੀ ਨੰਦ ਸੀ ਉਹ ਛੱਤ ਤੇ ਸੀ, ਇਹਨਾਂ ਨੇ ਮਿਲ ਕੇ ਅੱਗ ਲਗਾਈ ਹੈ। ਨਹੀਂ, ਅਸੀਂ ਜੋ ਦੇਖਿਆ ਨਾ ਭਾਈ, ਜ਼ਾਹਿਰ ਅਸੀਂ ਕਿਹੜਾ ਉਸ ਟਾਈਮ ਦੇਖਿਆ ਹੈ ਕਿ ਨੰਦ ਉੱਥੇ ਸੀ ਜਾਂ ਕਿੱਥੇ ਗਈ ਸੀ। ਤੇ ਲੇਕਿਨ ਜਿਹੜੀ ਗੱਲ ਹੈ ਨਾ, ਮੈਂ ਅੰਦਰ ਗਈ ਨਾ ਤੇ ਮੈਂ ਉਹਨੂੰ ਸਨਾ ਨੂੰ ਇਹੀ ਪੁੱਛਿਆ, ਮੈਂ ਕਿਹਾ ਅੱਗ ਤੂੰ ਖੁਦ ਕਿਉਂ ਲਗਾਈ ਹੈ, ਕੀ ਵਜ੍ਹਾ ਸੀ? ਤੇ ਕਹਿ ਰਹੀ ਮੈਂ ਬੜਾ ਤੰਗ ਆ ਗਈ ਆਪਣੀ ਜ਼ਿੰਦਗੀ ਤੋਂ। ਤੇ ਮੈਂ ਕਿਹਾ ਨਹੀਂ, ਤੂੰ ਤੰਗ ਸੀ ਘਰੇਲੂ ਮਸਲਿਆਂ ਤੋਂ, ਇਹਦੀ ਵਜ੍ਹਾ ਤੇ ਤੂੰ ਆਪਣੀ ਅੰਮੀ ਅਬੂ ਕੋਲ ਚਲੀ ਜਾਂਦੀ, ਆਪਣੇ ਵਾਲਿਦਾਂ ਦੇ ਘਰ ਬੰਦਾ ਚਲਾ ਜਾਂਦਾ। ਹਰ ਔਰ ਲੜਕੀ ਨੂੰ ਇਹੀ ਮਸਾਇਲ ਹੁੰਦੇ ਨੇ ਕਿ ਅਗਰ ਥੋੜੀ ਨਾਰਾਜ਼ਗੀ ਹੋ ਗਈ, ਕੁਝ ਵੀ ਹੋ ਗਿਆ ਤੇ ਆਪਣੇ ਮਾਪੇ ਘਰ ਚਲੀ ਜਾਂਦੀ ਹੈ। ਤੇ ਕਹਿੰਦੀ ਨਹੀਂ, ਮੈਂ ਆਪਣੇ ਵਾਲਿਦਾਂ ਨੂੰ ਨਾ ਇੰਨੀ ਇੱਜ਼ਤ ਨਹੀਂ ਦੇਣਾ ਚਾਹੁੰਦੀ। ਹੁਣ ਸਾਨੂੰ ਨਹੀਂ ਪਤਾ ਕਿ ਉਹਦੇ ਪਿਛਲੇ ਕੀ ਮਾਮਲਾ ਸੀ ਤੇ ਕੀ ਨਹੀਂ।
ਇੱਥੇ ਉਹ ਕਿੰਨੀ ਦੇਰ ਅਰਸੇ ਤੋਂ ਕਿੰਨੇ ਅਰਸੇ ਤੋਂ ਰਹਿ ਰਹੀ ਸੀ? 6-7 ਮਾਹ ਹੋ ਗਏ ਨੇ, ਸ਼ਾਇਦ ਗਰਮੀਆਂ 'ਚ ਉਹਦੀ ਸ਼ਾਦੀ ਹੋਈ ਹੈ। ਅੱਛਾ 6-7 ਮਹੀਨਿਆਂ ਤੋਂ ਇੱਥੇ ਰਹਿ ਰਹੀ ਸੀ ਤੇ ਹਾਂਜੀ। ਤੁਸੀਂ ਉਹਦੇ ਹਾਲਾਤ ਜਾਂ ਉਹਦੇ ਨਾਲ ਕਦੀ ਮਿਲੇ ਹੋਏ ਤੇ ਉਹਨੇ ਕੋਈ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੋਏ? ਨਹੀਂ ਭਾਈ, ਉਹਨਾਂ ਦਾ ਆਣਾ ਜਾਣਾ ਮੈਂ ਤੁਹਾਨੂੰ ਦੱਸਿਆ ਤੇ ਹੈ ਕਿ ਉਹਨਾਂ ਦੀ ਰੂਟੀਨ ਉਸ ਹਿਸਾਬ ਦੀ ਨਹੀਂ ਸੀ ਕਿ ਜ਼ਿਆਦਾ ਔਰਤਾਂ ਨੂੰ ਮਿਲਣ ਜੁਲਣ ਵਾਲਾ ਹਿਸਾਬ ਹੋਵੇ। ਵੈਸੇ ਮੈਂ ਜ਼ਬਰਦਸਤੀ ਦੇਖਿਆ- ਉਹ ਰੱਖਦੇ ਸੀ ਅੰਦਰ ਕਿ ਕਿਸੇ ਨੂੰ ਨਹੀਂ ਮਿਲਣਾ? ਨਹੀਂ ਨਹੀਂ ਭਾਈ, ਉਹ ਤੇ ਆਪਣੀ ਸੱਸ ਨੂੰ ਬਲਕਿ ਵਾਕਰ ਬਣ ਜਾਂਦੀ ਸੀ। ਮੈਂ ਖੁਦ ਦੇਖਿਆ ਕਿ ਸ਼ਾਮ ਦੇ ਟਾਈਮ ਅਕਸਰ ਨਾ ਆ ਰਹੇ ਹੁੰਦੇ ਸੀ ਨਾ ਦੋਨੋਂ ਸੱਸ ਤੇ ਉਹ। ਤੇ ਲੇਕਿਨ ਅਸੀਂ ਜਦੋਂ ਸੁਣਿਆ ਨਾ, ਸਾਨੂੰ ਸੁਣਨ ਦੇ ਵਿੱਚ ਇਹੀ ਗੱਲ ਆਈ ਹੈ ਕਿ ਉਹ ਜਿਹੜਾ ਨਾ ਰਿਸ਼ਤੇ ਦਾ ਮਾਮਲਾ ਸੀ ਇਹਨਾਂ ਦੀ ਬੇਟੀ ਦਾ ਨਾ। ਕਿਸ ਕਿਸਮ ਦੇ ਰਿਸ਼ਤੇ ਦਾ ਮਾਮਲਾ ਸੀ? ਉਹ ਕਹਿ ਰਹੇ ਸੀ ਕਿ ਲੜਕੀ ਦੇ ਜਿਹੜਾ ਨਾ ਭਾਈ ਉਹਦਾ ਰਿਸ਼ਤਾ ਮੰਗ ਰਹੇ ਸੀ ਤੇ ਲੇਕਿਨ ਐ ਨਹੀਂ ਸੀ ਦੇ ਰਹੇ ਹੈ, ਕਿਉਂਕਿ ਲੜਕੀ ਲੜਕੀ ਦੇ- ਦੀ ਮੰਗਣੀ ਹੋਈ ਸੀ ਪਹਿਲੇ ਹੀ ਨਾ। ਅੱਛਾ, ਲੜਕੀ ਦੇ ਭਾਈ ਦਾ ਔਰ ਲੜਕੀ ਦੀ ਮਾਂ ਦਾ ਮਕਤੂਲਾ ਦਾ ਕਹਿਣਾ ਹੈ ਕਿ ਉਹਨਾਂ ਦੀ ਕੁੜੀ ਨੂੰ ਸਾਡਾ ਮੁੰਡਾ ਪਸੰਦ ਆ ਗਿਆ ਸੀ ਔਰ ਅਸੀਂ ਉਹ ਕਿਉਂਕਿ ਉਹ ਉਮਰ ਤੋਂ ਜ਼ਿਆਦਾ ਸੀ ਅਸੀਂ ਇਨਕਾਰ ਕੀਤਾ ਤੇ ਉਸ ਤੋਂ ਬਾਅਦ ਇਹ ਜ਼ੁਲਮ ਕਰਨ ਲੱਗੇ। ਹੋਇਆ ਭਾਈ, ਐਸੇ ਤਰ੍ਹਾਂ ਦਾ ਇੱਕ ਮਸਲਾ ਸੀ ਕਿਉਂਕਿ ਲੜਕੀ ਦੀ ਤਾਂ ਮੰਗਣੀ ਹੋਈ ਹੈ ਨਾ ਤੇ ਅਸੀਂ ਮੰਗਣੀ ਤੇ ਵੀ ਗਏ ਸੀ ਖੁਦ ਨਾ। ਮੈਂ ਵੀ ਗਈ ਆ, ਬਾਜੀ ਜਿਹੜੇ ਕੋਲ ਖੜੇ ਨੇ ਇਹ ਵੀ ਗਏ ਨੇ ਮੰਗਣੀ ਤੇ ਨਾ। ਤੇ ਲੇਕਿਨ ਉਸ ਤੋਂ ਇਲਾਵਾ ਜਿਹੜਾ ਹੈ ਨਾ ਬਾਅਦ ਚ ਸੁਣਨ ਦੇ ਵਿੱਚ ਇਹੀ ਆਇਆ ਸੀ ਕਿ ਇਹ ਜਿਹੜੀ ਇਹਨਾਂ ਦੀ ਬਹੂ ਆਈ ਹੈ ਨਾ, ਇਹਨੇ ਆਪਣੇ ਭਾਈ ਦੇ ਪਿੱਛੇ ਲਗਾਇਆ ਕਿਉਂਕਿ ਉਹਦੀ ਬੀਵੀ ਨਾਰਾਜ਼ ਹੋ ਕੇ ਗਈ ਹੋਈ ਸੀ ਤੇ ਬਾਅਦ ਚ ਉਹਨਾਂ ਨੇ ਰਿਸ਼ਤੇ ਦੀ ਡਿਮਾਂਡ ਕੀਤੀ ਹੈ ਕਿਉਂਕਿ ਬੇਟਾ ਉਹਨਾਂ ਦਾ ਤੇ ਜਿਹੜੀ ਨਾ ਵਾਲ ਦਾ ਰਿਸ਼ਤਾ ਲੈ ਕੇ ਵੀ ਆਏ ਸੀ ਤੇ ਲੇਕਿਨ ਇਹਨਾਂ ਨੇ ਇਨਕਾਰ ਕਰ ਦਿੱਤਾ ਕਿ ਲੜਕੀ ਦੀ ਮੰਗਣੀ ਹੋਈ ਹੈ ਤੇ ਅਸੀਂ ਨਹੀਂ ਚਾਹੁੰਦੇ ਆ। ਇਹ ਤੇ ਨਹੀਂ ਵਜ੍ਹਾ ਕਿ ਇਹ ਬੱਚੀ ਸਨਾ ਜਦੋਂ ਅੱਗ ਲਗਾ ਕੇ ਮਾਰ ਦਿੱਤਾ ਗਿਆ ਉਹ ਜਹੇਜ਼ ਕੰਮ ਲੈ ਕੇ ਆਈ ਸੀ? ਕਿਉਂਕਿ ਅਸੀਂ ਤੇ ਟੀਵੀ ਸਕਰੀਨਾਂ ਤੇ ਇਹੀ ਖਬਰ ਦੇਖੀ। ਨਹੀਂ ਸੁਣਿਆ ਹੈ, ਮੈਨੂੰ ਤੇ ਇਹ ਵੀ ਨਹੀਂ ਪਤਾ ਕਿ ਜਹੇਜ਼ ਲੈ ਕੇ ਆਈ ਵੀ ਹੈ ਕਿ ਨਹੀਂ ਆਈ ਕਿਉਂਕਿ ਮੈਂ ਖੁਦ ਆਂਦਾ ਨਹੀਂ ਦੇਖਿਆ। ਮੈਂ ਵੀ ਕਹਾਂ ਸ਼ਾਇਦ ਮੈਂ ਉਹਨਾਂ ਦਿਨਾਂ 'ਚ ਨਾ ਮੌਜੂਦ ਹੋਵਾਂ ਇੱਥੇ। ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਤੇ ਇਹ ਪਤਾ ਚੱਲਿਆ ਕਿ ਇਸ ਘਰ ਦੇ ਵਿੱਚ ਸਿਲੰਡਰ ਫਟਿਆ ਸੀ ਨਹੀਂ ਔਰ ਭਾਈ, ਉਹਦੀ ਵਜ੍ਹਾ ਤੋਂ ਅੱਗ ਲੱਗੀ ਸੀ? ਨਹੀਂ, ਸਿਲੰਡਰ ਨਹੀਂ ਫਟਿਆ ਹੈ, ਵੈਸੇ ਉਹਨਾਂ ਨੇ ਗੱਲ ਕੀਤੀ ਸਿਲੰਡਰ ਨਹੀਂ ਫਟਿਆ ਹੈ। ਪੈਟਰੋਲ ਜਦੋਂ ਅਸੀਂ ਗਏ ਨਾ, ਪੈਟਰੋਲ ਵਾਲੀ ਗੈਲਨ ਉੱਥੇ ਪਈ ਸੀ, ਉਹ ਵੀ ਬਾਅਦ ਵਿੱਚ ਉਹਨਾਂ ਨੇ ਬੁਝਾਈ ਹੈ। ਵਾਲਦਾ ਕਦੀ ਤੁਸੀਂ ਮੀਆਂ ਬੀਵੀ ਦੀ ਸਨਾ ਦੀ ਆਪਣੇ ਖਾਵਨ ਦੇ ਨਾਲ ਕੋਈ ਲੜਾਈ ਝਗੜੇ ਦੀਆਂ ਕੋਈ ਆਵਾਜ਼ਾਂ ਸੁਣੀਆਂ ਜਾਂ ਸਨਾ ਨੇ ਤੁਹਾਨੂੰ ਦੱਸਿਆ? ਅਸੀਂ ਨਹੀਂ ਸੁਣਿਆ ਹੈ। ਯਾਨੀ ਕਿ ਦੋਨੇ ਮੀਆਂ ਬੀਵੀ ਦੇ ਮਾਮਲਾ ਠੀਕ ਸਨ? ਹਾਂਜੀ, ਜ਼ਾਹਿਰ ਹੈ ਲਵ ਮੈਰਿਜ ਉਹਨਾਂ ਦੀ ਹੋਈ ਹੈ ਤੇ ਮਾਮਲਾ ਠੀਕ ਹੀ ਹੋਣਗੇ ਨਾ। ਸਨਾ ਦੀ ਮੁਸਤਫਾ ਦੇ ਨਾਲ ਲਵ ਮੈਰਿਜ ਹੋਈ ਹੈ? ਹਾਂਜੀ, ਦੋਨਾਂ ਦੀ ਲਵ ਮੈਰਿਜ। ਅਸੀਂ ਤਾਂ ਇਹੀ ਸੁਣਿਆ ਕਿ ਲਵ ਮੈਰਿਜ ਹੈਗਾ ਜ਼ਬਰਦਸਤੀ, ਕਿਉਂਕਿ ਇਹਨਾਂ ਦੀ ਵਾਲਦਾ ਨਹੀਂ ਸੀ ਮੰਨ ਰਹੀ ਹੈ ਰਿਸ਼ਤੇ ਨੂੰ ਤੇ ਲੇਕਿਨ ਫਿਰ ਵੀ ਉਹਨਾਂ ਨੇ ਕੀਤਾ ਤੇ ਅਸੀਂ ਬਾਈ ਦੇਖਿਆ ਅਗਰ ਜਿਵੇਂ ਉਹਨਾਂ ਨੇ ਨਹੀਂ ਸੀ ਪਸੰਦ ਦੀ ਸ਼ਾਦੀ ਕੀਤੀ ਨਾ ਤੇ ਯਾਨੀ ਕਿ ਵਾਲਦਾ ਨੂੰ ਨਹੀਂ ਸੀ ਪਸੰਦ ਹੈ लेकिन फिर भी उन्होंने अच्छे तरीके ਨਾਲ शादी की है। नाज़रीन कुछ और भी खवातीन है उनसे भी बात करते हैं। माँ जी तुसी उस टाइम ते की देखिया सी हालात की सन? सना दा जिस्म सारा जल चुकिया सी? मैंने नहीं देखा, मैं घर ही नहीं थी। अच्छा, आप उस दिन घर नहीं थी? नहीं, मैं अपनी अम्मी के घर गई थी। वैसे वो जो बीबियाँ इकट्ठियाँ हुई थी वो कह रही थी, सना ने ये बोला कि खुद ही मैंने पेट्रोल फेंका और खुद ही मैं जल गई। ਤੁਹਾਨੂੰ ਯਕੀਨ ਆ ਸਕਦਾ ਹੈ ਕਿ ਇੱਕ ਬੱਚੀ ਜਿਹਦੀ ਸ਼ਾਦੀ ਹੋਈ ਹੋਏ ਆਪਣੇ ਸਸੁਰਾਲ 'ਚ ਰਹਿ ਰਹੀ ਹੋਏ ਤੇ ਉਹ ਪੈਟਰੋਲ ਆਪਣੇ ਆਪ ਤੇ ਸੁੱਟੇਗੀ ਤੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੇਗੀ? हो तो नहीं ਤੁਸੀਂ सकता। ਵੀ ਖਾਤੂਨ ਹੋ ਨਾ हाँ, माशाल्लाह देखो से। ना, मैं यही कह रही हूँ कि हो नहीं सकता। बाकी ये है कि वो कह रहे हैं कि ना कह रही इस जिंदगी तू मरना ही बेहतर है। कितना ਇਹਨੂੰ ਤੰਗ ਰੱਖਿਆ ਸੀ नहीं ਇੱਥੇ? नहीं, असी तंग नहीं देखा, ना लड़ाई झगड़ा देखा इनके घर में। अगर उसने पेट्रोल फेंकना था, अपनी ज़िंदगी को ख़त्म करना था, तो वो करीब ही तो उसकी माँ का घर है, वो वहाँ जा यही सकती तो थी। तब बोल रही थी, वो भी कह रही थी, उसकी सास भी कि ना बेटा ऐसे ना बोलो, ये जो ज़िंदगी है ना ये अल्लाह पाक की नेमत है, तो ऐसे ना बोलो, अल्लाह मियाँ गना देता है। तो नहीं, इसने तो ये नहीं बोला इधर कि मेरी सास ने फेंका है या मेरी सास ने आग लगाई है। इसने यही बोला मैंने ना तंग आके ना को मैं किसको ये मुंह ऐसे का दिखाऊं, मैं नहीं दिखा सकती। नाज़रीन, ये आपने मेरी एक माँ का जो मोहल्लेदार है इस घर की और इनका भी मौक़िफ़ सुना और दूसरी खातून का भी आपने मौक़िफ़ सुना है। अब इसके पीछे सदाकत क्या है, कौन सच्चा है कौन झूठा है, ये जब केस की तफ्तीश होगी, मुल्ज़मान को जब पुलिस गिरफ़्तार करेगी तब जाके हकीकत सामने आएगी कि इसके पीछे असल में हकीकत थी क्या। हमारा मकसद आपका दोनों तरफ का मौक़िफ़ सामने ला के रखना था कि इस वाक़या के पीछे जो सना जो कि 4 माह की हामला थी, जिसके पेट से एक बच्चा भी निकाला गया, तो उस बच्चे का क्या कसूर था। अगर सना इस घर में तंग थी या सना अपनी ज़िंदगी से तंग आ चुकी थी तो वो अगर अपनी ज़िंदगी का ख़ात्मा करना चाहती थी तो वो अपने घर में जाकर, जिनकी शायद मुबैना तौर पर अपने घर वालों की वजह से वो तंग थी, तो वो उनके घर में भी जाकर ख़ुदकशी कर सकती थी, अपने जिस्म पर पेट्रोल छिड़क कर आग लगा सकती थी। तो अगर उसने ये कदम अपने ससुराल के घर वालों के अंदर किया है तो इसके पीछे भी कहीं ना कहीं कोई वजह हो सकती है। तो हमने आपके सामने दोनों तरफ का मौक़िफ़ रखा है, फैसला आपने करना है कि सच कौन है और झूठ कौन है। मिलते हैं अगली वीडियो में, तब तक के लिए अल्लाह ने के बाद।